ਅਤੇ ਇਤਿਹਾਸ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਾਂਝ ਪਾਉਣੀ ਹੈ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਪਿਆਰ ਸਹਿਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਆਪਣੇ ਦੋ ਸਾਹਿਬਜ਼ਾਦੇ ਅਤੇ ਪਿਆਰੇ ਜਾਨੋਂ ਵੱਧ ਸਿੱਖ, ਜਿਨ੍ਹਾਂ ਨੂੰ ਮੈਦਾਨੇ ਜੰਗ ਵਿੱਚ ਤੋਰ ਕੇ ਸਵਾ ਲੱਖ ਦੇ ਨਾਲ ਮੁਕਾਬਲਾ ਮਾਨੋ ਉਹਨਾਂ ਨੇ ਕੀਤਾ, ਆਪਣਾ ਆਪ ਕੁਰਬਾਨ ਕਰ ਦਿੱਤਾ ਹੈ। ਆਪ ਹੁਣ ਮੈਦਾਨੇ ਜੰਗ ਵਿੱਚ ਜਾਣ ਦੀ ਤਿਆਰੀ ਕਰਦੇ ਨੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਆਦਿਕ ਸਿੱਖਾਂ ਨਾਲ ਵਿਚਾਰ ਕਰਦੇ ਨੇ ਵੀ ਕਈ ਵਾਰੀ ਐਸਾ ਤਾਂ ਹੁੰਦਾ ਹੈ ਬਾਗ ਉਜੜ ਜਾਂਦੇ ਨੇ, ਉਜੜੇ ਹੋਏ ਬਾਗਾਂ ਨੂੰ ਮਾਲੀ ਜਿਹੜਾ ਹੈ ਉਹ ਮੁੜ ਤੋਂ ਸੁਰਜੀਤ ਕਰ ਸਕਦਾ ਹੈ। ਦੁਬਾਰਾ ਉਹ ਉਜੜੇ ਹੋਏ ਬਾਗ ਬਗੀਚੇ ਵਸ ਸਕਦੇ ਨੇ, ਹਰੇ ਹੋ ਸਕਦੇ ਨੇ। ਪਰ ਜੇ ਕਿਤੇ ਬਾਗ ਦਾ ਮਾਲੀ ਨਾ ਰਵੇ ਤੇ ਕਈ ਵਾਰੀ ਵਸ ਦੇ ਬਾਗ ਵੀ ਉਜੜਨ ਲੱਗਿਆਂ ਸਮਾਂ ਨਹੀਂ ਲੱਗਦਾ। ਅੱਜ ਸਮੇਂ ਨੂੰ ਵਿਚਾਰਨਾ ਪਵੇਗਾ। ਹਾਲੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਬੜੀ ਲੋੜ ਹੈ। ਸਮੇਂ ਨੂੰ ਵਿਚਾਰਿਆ, ਖਾਲਸੇ ਦਾ ਹੁਕਮ ਹੋਇਆ ਕੱਚੀ ਗੜੀ ਨੂੰ ਛੱਡ ਦਿਓ। ਮਹਾਰਾਜ ਨੇ ਆਖਿਆ ਮੈਂ ਛੱਡ ਦੇਵਾਂਗਾ, ਪਰ ਮੈਂ ਐਵੇਂ ਚੋਰੀ ਨਹੀਂ ਜਾਵਾਂਗਾ, ਬਲਕਿ ਉੱਚੀ ਆਵਾਜ਼ ਨਾਲ ਤਾੜੀ ਮਾਰ ਕੇ ਜਾਵਾਂਗਾ। ਨਾਲ 3 ਸਿੰਘਾਂ ਦੀ ਡਿਊਟੀ ਲੱਗ ਗਈ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਤੁਰਨ ਲੱਗਿਆ ਇੱਕ ਗੱਲ ਆਖੀ ਵੀ ਇੱਕ ਤਾਰਾ, ਉਹਦੀ ਸੇਧ ਵੀ ਆਹ ਤਾਰਾ ਜਦੋਂ ਛਿਪੇਗਾ ਉੱਥੇ ਆਪਾਂ ਸਾਰੇ ਮਿਲਾਂਗੇ। ਵੱਖ ਵੱਖ ਦਿਸ਼ਾਵਾਂ ਵਿੱਚ ਨਿਕਲੇ ਨੇ। ਹੁਣ ਸਤਿਗੁਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਨੂੰ ਜਦੋਂ ਛੱਡ ਕੇ ਬਾਹਰ ਨਿਕਲ ਗਏ, ਜਿਹੜੇ ਫੌਜ ਸੀ, ਰਾਤ ਦਾ ਸਮਾਂ ਸੀ, ਆਪਸ ਦੇ ਵਿੱਚ ਹੀ ਲੜਾਈ ਉਹਨਾਂ ਦੀ ਹੋ ਗਈ। ਸਮਝ ਨਾ ਆਈ ਵੀ ਹੋਇਆ ਕਿ ਉਹਨਾਂ ਸੋਚਿਆ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਨੇ ਹਮਲਾ ਕਰ ਦਿੱਤਾ। ਉਹ ਉਨੀਂਦਰੇ ਸਨ, ਸਮਝ ਨਾ ਆਈ। ਇੱਧਰੋਂ ਦਿਨ ਚੜ੍ਹਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਤੱਕ ਪਹੁੰਚ ਗਏ ਨੇ। ਹੁਣ ਜਦੋਂ ਇੱਥੇ ਪਿੱਛੇ ਪਤਾ ਲੱਗਿਆ ਇੱਕ ਬੀਬੀ ਹੈ ਹਰਸ਼ਰਨ ਕੌਰ। ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ ਹੈ, ਕਿਉਂਕਿ ਇਹ ਘਰ ਉਹ ਹੈ ਜਿੱਥੇ ਔਰਤ ਨੂੰ ਜੇ ਮਾਣ ਦਿੱਤਾ ਹੈ ਤੇ ਉਹ ਬਾਬੇ ਨਾਨਕ ਨੇ ਦਿੱਤਾ ਹੈ। ਬਾਕੀ ਧਰਮਾਂ ਨੇ ਔਰਤ ਨੂੰ ਨਿੰਦਿਆ ਹੈ, ਉਹਨਾਂ ਨੇ ਮਾੜਾ ਹੀ ਕਿਹਾ ਹੈ। ਭਾਵੇਂ ਕਿ ਗੋਰਖਨਾਥ ਵਰਗੇ ਜਨਮ ਲੈਂਦੇ ਨੇ ਔਰਤ ਦੀ ਕੁੱਖ ਤੋਂ, ਪਰ ਉਹ ਵੀ ਬਘਿਆੜਨ ਸ਼ਬਦ ਔਰਤ ਵਾਸਤੇ ਵਰਤਦੇ ਨੇ। ਉਹ ਵੀ ਕਹਿੰਦੇ ਨੇ ਵੀ ਜਿਵੇਂ ਬੁੱਧ ਧਰਮ ਦੇ ਵਿੱਚ ਵੀ ਔਰਤ ਜਿਹੜੀ ਹੈ ਉਹ ਮੁਕਤੀ ਹਾਸਲ ਨਹੀਂ ਕਰ ਸਕਦੀ, ਉਹਨੂੰ ਮੁਕਤ ਹੋਣ ਵਾਸਤੇ ਮਨੁੱਖ ਦਾ ਜਨਮ ਲੈਣਾ ਪਵੇਗਾ। ਇਸਲਾਮ ਮਤ ਵਿੱਚ, ਸਨਾਤਨੀ ਮਤ ਵਿੱਚ ਮਨੂ ਸਿਮਰਤੀ ਵਾਲਿਆਂ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਇਹ ਢੋਰ, ਪਸ਼ੂ, ਗਵਾਰ, ਇਹਦੇ ਤੁਲ ਔਰਤ। ਅਤੇ ਔਰਤ ਨੂੰ ਰੋਜ਼ਾਨਾ ਬਾਬੇ ਨਾਨਕ ਦਾ ਸ਼ੁਕਰ ਕਰਨਾ ਚਾਹੀਦਾ ਹੈ। ਬਾਬੇ ਨਾਨਕ ਨੇ ਆਖਿਆ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਹੁਣ ਇਸੇ ਘਰ ਦੇ ਵਿੱਚ ਹੀ ਜਨਮੀ ਹੋਈ ਇੱਕ ਔਰਤ, ਦੁਨੀਆ ਦੇ ਧਰਮ ਗ੍ਰੰਥ ਪੜ੍ਹ ਕੇ ਵੇਖ ਲਿਓ, ਔਰਤ ਦਾ ਨਾਂ ਨਹੀਂ ਆਇਆ ਕਿਸੇ ਧਰਮ ਗ੍ਰੰਥ ਵਿੱਚ। ਬਾਬੇ ਨਾਨਕ ਦੀ ਬਾਣੀ ਪੜ੍ਹ ਕੇ ਵੇਖੋ, ਬਾਬੇ ਨਾਨਕ ਦੀ ਬਾਣੀ ਵਿੱਚ ਹੈ ਬਲਵੰਡ ਖੀਵੀ ਨੇਕ ਜਨ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਮਹਿਲ ਮਾਤਾ ਖੀਵੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਕਿੰਨੀ ਮਾਣ ਵਾਲੀ ਗੱਲ ਹੈ। ਜੇ ਆਪ ਜੀ ਇੱਥੇ ਬੈਠੇ ਬਾਣੀ ਪੜ੍ਹ ਰਹੇ ਹੋ ਸਤ ਸੰਗਤ ਵਿੱਚ,
ये बड़े माण वाली गल है। एक पंगत विच बैठ के बीबियां प्रशादा छक सकदियां ने, भाई छक सकते ने, लंगरां में सेवा कर सकदियां ने, कथा कीर्तन कर सकदियां ने, ताबिया बह के बाणी पढ़ सकदियां ने, पंजां प्यारियां पासों अमृत लै सकदियां ने। ते कई थां ते पंजां प्यारियां विच बीबियां लगदियां भी ने, अमृत छकाउंदियां भी ने। तां ये बड़ी माण वाली गल है। बीबी हरशरण कौर नूं पता लग्या भी चमकौर दी धरती उत्ते कलगीधर पातशाह जी दे साहिबजादे शहीद हो गए ने, नाल होर जिहड़े सिंह सन वो भी शहीद हो गए ने। वो आई आके उन्हें चखावां तैयार कीतियां ते उन्हां सिंघां दे संस्कार करने शुरू कर दिते मर्यादा अनुसार। जिन्ने भी सिंह सन शहीद होए ते गुरु के साहिबजादे बाबा अजीत ते जुझार उन्हां दे हत्थी अंतिम संस्कार किए। जदों दुश्मन नूं पता लग्या, सच जाणिओ गुरु प्यार वाले, उन्हां ने उस बीबी हरशरण कौर नूं जिउंदियां चुक के चिखा विच सुट दिता सी, उस दिलेर औरत नूं। और वह भी लड़दियां होया अपना आप जिहड़ा है वो इस तरह नहीं हत्थ आ गई उन्हां दे, पहला लड़ी है, मुकाबला किया है। जदों वस ना रहा फिर जालमां ने चुक के सुट दिता विच जी। हुण गुरु गोबिंद सिंह महाराज सच्चे पातशाह जदों निकले सन कच्ची गढ़ी विचों, उदों उन्हां दा टारगेट, उन्हां दा निशाना जिहड़ा है वो अजीत सिंह नहीं सी। जदों निकले ने ना, अजीत सिंह उन्हां दा टारगेट निशाना नहीं है, जुझार सिंह नहीं है, जानों वध प्यारे पए ने पर लंघ गए ने। उन्हां दा निशाना की है? मित्र प्यारा, मित्र प्यारा। हुण कलगीधर महाराज सच्चे पातशाह जदों पए ने इस तरह माछीवाड़े के जंगलों में, जिथे अजकल गुरुद्वारा साहब है चरण कवल, दीदार करियो जाके उत्थे, उत्थे महाराज पए हुए ने। रात का समय, अत की ठंड है, पैरों में जोड़े नहीं, तलवार भी म्यान तो बिना। अच्छा शरीर ते जिहड़ा चोला पाया सी भाई संगत सिंह दा कंडियां विच अड़ अड़ के लीरो लीर हो गया। हुण तन दे उत्ते चोला पाया, लीरो लीर है, हाथ विच तलवार फड़ी पर म्यान नहीं, पैरां विच जुत्ती नहीं, पैरां विच छाले पए हुए ने, अत दी सर्दी है। पर गुरु गोबिंद सिंह महाराज पातशाह पता की कह रहे ने? मित्र प्यारे नूं हाल मुरीदां दा कहना। अगे बड़ा प्यारा जिक्र करते हैं कलगीधर पातशाह। वो आखते ने, हे मेरे मालक, मेरे को अजीत ते जुझार हुंदा ना, जे मैं हकूमत की गल मन लैंदा, औरंगजेब की गल मन लैंदा, मेरे को बड़े महंगे महंगे उत्ते लैण वाले कह लगे बस्तर हुंदे, तन ते महंगी पोशाक पाई हुंदी, राजे महाराजियां वर्गा मेरा सत्कार हुंदा, पर कह लगे सुख नहीं सी होना। पर वो सुख नहीं सी होना जिहड़ा अज मेरे कोल, भावें वो दुनियावी सुख सहूलतां नहीं, पर मैनूं अंतर आत्मे सुख है जिहड़ा तेरी याद विचों मिलिया है। तुद बिन रोग रजाइयां दा ओढ़ण, नाग निवासां ते रहना। कह लगे जिहड़ी रजाई है ना उत्ते लैण वाली, ठंड विच बंदा लैंदा है निग लैण वास्ते, वो कीमती बस्तर जिहड़े ने इस तरह होने सन जिवें नागां दे विच कोई बंदा रहिंदा होवे, नागां विच रहिंदा होवे बंदा, वो सुख इस तरह होने सन। वो मैनूं चंगे नहीं सन लगने। अगे महाराज होर बड़ी वधिया गल कहंदे ने, गुरुदेव आखदे ने, खंजर सूल सुराही खंजर प्याला, बिंग कसाइयां दा सहना। कह लगे मेरे कोल कीमती हथियार भी हुंदे, मेरे कोल कह लगे कीमती दातां भी हुंदियां हंडाउण नूं तन ते, पर हे मेरे मालक, ये कीमती चीज़ां होण तो बाद भी, कीमती प्याले होण तो बाद भी इस तरह लगना सी जिवें कसाई हुंदा ना ते किसी जीव नूं मारदा इस तरह, ते वो जिहड़ा दर्द हुंदा है ना, कह लगे वो दर्द मैनूं महसूस होना सी जिहड़ा अज मैनूं नहीं हो रहा। किवें शुक्र विच जुड़े ने महाराज। अखीर एक होर बड़ा प्यारा नाल बचन आंदा है, गुरुदेव आखदे ने, हे मेरे मालक, मेरे
ਪਾਤਸ਼ਾਹ ਪਰਮੇਸ਼ਰ ਤੇਰੇ ਚਰਨਾਂ ਦੇ ਨਾਲ ਜੁੜ ਕੇ ਜਿਹੜਾ ਸੁੱਖ ਮੈਨੂੰ ਮਿਲਿਆ ਹੈ ਨਾ, ਕਹਿ ਲਗੇ ਉਹ ਦੁਨੀਆ ਦੇ ਹੋਰ ਕਿਸੇ ਖੇੜੇ ਵਿੱਚ ਨਹੀਂ, ਦੁਨੀਆ ਦੇ ਹੋਰ ਕਿਸੇ ਖੁਸ਼ੀ ਵਿੱਚ, ਕਿਸੇ ਖੇੜੇ ਵਿੱਚ ਨਹੀਂ। ਤੇਰੇ ਚਰਨਾਂ ਨਾਲ ਜੁੜ ਕੇ ਜਿਹੜਾ ਅੱਜ ਸਰੂਰ ਮਿਲ ਰਿਹਾ ਹੈ, ਜਿਹੜਾ ਆਨੰਦ ਮਿਲ ਰਿਹਾ ਹੈ। ਵੇਖੋ ਕਲਗੀਧਰ ਪਾਤਸ਼ਾਹ ਜੀ ਦੇ ਮਾਛੀਵਾੜੇ ਵਿੱਚ ਪਏ ਹੋਏ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਨੇ, ਇੱਥੋਂ ਇੱਕ ਸਿੱਖਿਆ ਸਾਨੂੰ ਮਿਲਦੀ ਏ, ਹਾਲਾਤ ਕਿਹੋ ਜਿਹੇ ਵੀ ਹੋਣ ਪਰ ਮਾਲਕ ਨਾਲੋਂ ਟੁੱਟਣਾ ਨਹੀਂ ਚਾਹੀਦਾ। ਜੁੜਿਆ ਹੋਇਆ ਇਨਸਾਨ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਗੁਰਦੇਵ ਆਖਦੇ ਨੇ, ਹੇ ਮੇਰੇ ਮਾਲਕ ਤੂੰ ਮੇਰੇ ਕੋਲ ਆਨੰਦਪੁਰ ਖੋਹ ਲੈ, ਮੈਨੂੰ ਕੋਈ ਪਰਵਾਹ ਨਹੀਂ। ਮੇਰੀ ਮਾਂ, ਮੇਰਾ ਬਾਪ, ਮੇਰੇ ਬੱਚੇ, ਮੇਰੇ ਸਿੱਖ, ਸਾਰਾ ਕੁਛ ਮੇਰੇ ਕੋਲ ਲੈ ਲੈ। ਮੇਰੇ ਤਨ ਤੇ ਆ ਚੋਲਾ ਨਹੀਂ, ਕੋਈ ਸ਼ਿਕਵਾ ਨਹੀਂ ਹੈ। ਮੇਰੇ ਕੋਲ ਕੀਮਤੀ ਜੁੱਤੀ ਨਹੀਂ, ਕੋਈ ਸ਼ਿਕਵਾ ਨਹੀਂ। ਮੇਰੇ ਕੋਲ ਘੋੜਾ ਨਹੀਂ, ਕੋਈ ਸ਼ਿਕਵਾ ਨਹੀਂ। ਮੇਰੇ ਕੋਲ ਮੇਰਾ ਪਰਿਵਾਰ ਨਹੀਂ, ਕੋਈ ਗਿਲਾ ਸ਼ਿਕਵਾ ਨਹੀਂ। ਪਰ ਮੇਰੇ ਕੋਲ ਆਪਣੀ ਯਾਦ ਨਾ ਖੋਈ। ਤੇਰੇ ਚਰਨਾਂ ਨਾਲ ਜੁੜਿਆ ਰਵਾਂ। ਤੇਰੇ ਚਰਨਾਂ ਨਾਲ ਜੁੜ ਕੇ ਜੋ ਆਨੰਦ ਹੈ, ਜੋ ਖੇੜਾ ਹੈ, ਉਹ ਦੁਨੀਆ ਦੇ ਹੋਰ ਸੁੱਖਾਂ ਵਿੱਚ ਨਹੀਂ। ਤਾਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਵੀ ਸ਼ੁਕਰ ਕਰਦੇ ਨੇ। ਪਾਵਨ ਬਾਣੀ ਦਾ ਇੱਕ ਵਚਨ ਆਉਂਦਾ ਏ, ਸਾਹਿਬ ਆਖਦੇ ਨੇ ਉਲਾਹਣੋ ਮੈਂ, ਸਾਹਿਬ ਆਖਦੇ ਨੇ ਤੈਨੂੰ ਕਦੀ ਜ਼ਿੰਦਗੀ ਵਿੱਚ ਮੈਂ ਉਲਾਹਣਾ ਨਹੀਂ, ਕੋਈ ਉਲਾਮਾ ਨਹੀਂ ਦਿੱਤਾ। ਹੇ ਮੇਰੇ ਮਾਲਕ, ਕਿਉਂਕਿ ਅਸਲ ਦੇ ਵਿੱਚ ਤੇਰੇ ਭਾਣੇ ਨੂੰ, ਤੇਰੀ ਆਗਿਆ ਨੂੰ ਮੈਂ ਹਮੇਸ਼ਾ ਮਿੱਠਾ ਕਰਕੇ ਮੰਨੇ। ਇਹ ਸ਼ਬਦ ਭਾਣਾ ਜਿਹੜਾ ਨਾ, ਇਹ ਹੈ ਬਿਲਕੁਲ ਛੋਟਾ ਜਿਹਾ, ਪਰ ਇਹਨੂੰ ਮੰਨਣ ਵਾਸਤੇ ਨਾ ਬੜੀ ਵੱਡੀ ਕੁਰਬਾਨੀ ਦੇਣੀ ਪੈਂਦੀ ਹੈ। ਅਸੀਂ ਕਹਿ ਦਿੰਦੇ ਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਨੇ, ਭਾਣਾ ਮੰਨ ਲੈਣੇ, ਹੱਥ 'ਤੇ ਮੜਾ ਸੇਕ ਲੱਗੇ ਫਿਰ ਪਤਾ ਲੱਗਦਾ। ਅਸੀਂ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਾਂਦਨੀ ਚੌਂਕ ਦੇ ਵਿੱਚ ਬੈਠੇ ਹੋਏ ਨੇ ਅਤੇ ਭਾਣਾ ਮੰਨ ਰਹੇ ਨੇ। ਸਾਨੂੰ ਕੋਈ 2 ਦਿਨ 3 ਦਿਨ ਕਾਲ ਕੋਠੜੀ ਵਿੱਚ ਅੰਦਰ ਰੱਖੇ, ਪਤਾ ਲੱਗ ਜੇ ਸਾਨੂੰ ਭਾਣਾ ਕੀ ਚੀਜ਼ ਹੁੰਦੀ ਹੈ। ਸਾਡੇ ਜੀਵਨ ਵਿੱਚ ਕੋਈ ਤਕਲੀਫ ਆਵੇ, ਦੁੱਖ, ਮੈਂ ਸਿਰ ਪੀੜ ਹੋਵੇ ਅਤੇ ਬੰਦੇ ਆਉਂਦੇ ਹੋਣ, ਬਾਬਾ ਜੀ ਅਰਦਾਸ ਕਰ ਦਿਓ, ਸਿਰ ਦੀ ਪੀੜ ਨਹੀਂ ਦੂਰ ਹੁੰਦੀ। ਸਿਰ ਦੀ ਪੀੜ ਬਰਦਾਸ਼ਤ ਨਹੀਂ ਹੁੰਦੀ। ਸਰੀਰ ਦੇ ਕੋਈ ਇੱਕ ਤਕਲੀਫ ਆ ਜੇ ਥੋੜ੍ਹੀ ਜਿਹੀ, ਅਸੀਂ ਭੱਜੇ ਜਾਣੇ ਡਾਕਟਰ ਦੇ ਕੋਲ। ਅਤੇ ਗੁਰੂ ਪਿਆਰ ਵਾਲਿਓ, ਜਿਹਨੇ ਸਾਰਾ ਪਰਿਵਾਰ ਵਾਰ ਦਿੱਤਾ ਹੋਵੇ, ਅੱਖਾਂ ਦੇ ਸਾਹਮਣੇ ਬੱਚੇ ਸ਼ਹੀਦ ਹੋਏ ਹੋਣ, ਅਤੇ ਉਹ ਤਾਂ ਵੀ ਕਹਿੰਦਾ ਹੋਵੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਅਤੇ ਇਹ ਹੈ ਭਾਣਾ ਮੰਨਣਾ। ਸਤਿਗੁਰ ਸੱਚੇ ਪਾਤਸ਼ਾਹ ਨਾ ਅੱਜ ਰੱਜ ਕੇ ਮੰਨ ਲਓ ਨੀਂਦ ਲੈ ਰਹੇ ਨੇ, ਅੱਜ ਰੱਜ ਕੇ ਸੁੱਤੇ ਨੇ। ਰਾਤ ਦਾ ਸਮਾਂ, ਸਰਾਣਾ ਨਹੀਂ ਹੈ, ਪਰ ਇਸ ਤਰ੍ਹਾਂ ਵੱਟ ਦੇ ਸਰਾਣੇ, ਵੱਟ ਦਾ ਹੀ ਸਰਾਣਾ ਬਣਾ ਕੇ ਨਾ ਉੱਚਾ, ਮਤਲਬ ਮਿੱਟੀ ਆ ਥੱਲੇ, ਸਿਰ ਐਂ ਰੱਖਿਆ ਅਤੇ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਸਾਹਮਣੇ ਤਲਵਾਰ ਪਈ ਹੈ ਅਤੇ ਪਾਟਾ ਲੀਰੋ ਲੀਰ ਚੋਲਾ ਪਾਇਆ ਹੋਇਆ ਹੈ, ਪੈਰਾਂ ਵਿੱਚ ਛਾਲੇ ਨੇ। ਪਰ ਸਤਿਗੁਰ ਸੱਚੇ ਪਾਤਸ਼ਾਹ ਸ਼ੁਕਰ ਵਿੱਚ, ਮਾਲਕ ਦੀ ਯਾਦ ਵਿੱਚ ਜੁੜੇ ਨੇ। ਉੱਥੇ ਇੱਕ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਨੇ, ਬਹੁਤ ਪਿਆਰੇ, ਔਰ ਬੜੀ ਭਾਵਨਾ ਦੇ ਨਾਲ ਇਹ ਸੁਣਿਓ। ਉਹ ਆਪਣੇ ਅੰਦਰ ਦੀ ਵੇਦਨਾ ਨੂੰ ਕਿਵੇਂ ਪ੍ਰਗਟ ਕਰਦਾ ਹੈ। ਕਹਿੰਦੇ ਵੀ ਜਦੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਗੁਰੂ ਪਾਤਸ਼ਾਹ ਜੀ ਨੂੰ ਲੱਭਦੇ ਲੱਭਦੇ ਆਏ ਨਾ, ਅਤੇ ਉਹਨਾਂ ਕੀ ਵੇਖਿਆ, ਸਤਿਗੁਰੂ ਬਿਲਕੁਲ ਸੁੱਤੇ ਹੋਏ ਨੇ ਗੂੜੀ ਨੀਂਦ ਵਿੱਚ। ਅਤੇ ਪਰ ਜਦੋਂ ਪੈਰਾਂ ਵੱਲ ਵੇਖਿਆ ਅਤੇ ਵੇਖਦੇ ਕਹਿਣ ਲੱਗੇ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਜਦੋਂ ਪੈਰਾਂ ਵੱਲ ਵੇਖਿਆ, ਇਹ ਸਤਿਗੁਰੂ ਪੈਰਾਂ ਵਿੱਚ ਛਾਲੇ ਨੇ। ਉਹ ਕਵੀ ਲਿਖਦਾ ਹੈ, ਸੋਹਣੇ ਜਿਹੇ ਪੈਰ, ਗੁਲਾਬੀ ਰੰਗ ਅੱਡੀਆਂ। ਕਿੰਨੇ ਸੋਹਣੇ ਕੋਮਲ ਪੈਰ ਸਨ ਕਲਗੀਧਰ ਪਾਤਸ਼ਾਹ ਜੀ ਦੇ। ਸੋਹਣੇ ਜਿਹੇ ਪੈਰ, ਗੁਲਾਬੀ ਰੰਗ ਅੱਡੀਆਂ, ਅੱਡੀਆਂ ਦੇ ਵਿੱਚ ਚੁੱਭੀਆਂ ਨੇ ਸੂਲਾਂ ਵੱਡੋ ਵੱਡੀਆਂ, ਵੱਡੀਆਂ ਵੱਡੀਆਂ ਸੂਲਾਂ। ਆ ਕਿੱਲ ਹੁੰਦਾ ਨਾ ਨੁਕੀਲਾ, ਇੱਕ ਵੱਜ ਕੇ ਵੱਜੇ ਤੇ ਫਿਰ ਪਤਾ ਲੱਗੇ। ਐਂ ਵੱਜਿਆ ਹੋਇਆ, ਸੂਲਾਂ ਤਿੱਖੇ ਕੰਡੇ ਵੱਜੇ ਹੋਏ ਪੈਰਾਂ ਦੇ ਵਿੱਚ। ਕਿੰਨਾ ਹਾਲਾਤਾਂ ਵਿੱਚੋਂ ਮਹਾਰਾਜ ਨਿਕਲੇ ਹੋਣਗੇ। ਅੱਡੀਆਂ ਦੇ ਵਿੱਚ ਚੁੱਭੀਆਂ ਨੇ ਸੂਲਾਂ ਵੱਡੋ ਵੱਡੀਆਂ। ਅੱਗੇ ਉਹ ਆਖਦਾ ਹੈ, ਸੋਹਣੇ ਜਿਹੇ ਪੈਰ ਫੁਹਾਰੇ ਵਾਂਗੂ ਰਿਸਦੇ। ਜੇ ਫੁਹਾਰਾ ਚੱਲਦਾ ਹੁੰਦਾ ਨਾ, ਇਸ ਤਰ੍ਹਾਂ ਜਿਹੜਾ ਪੈਰਾਂ ਦੇ ਛਾਲੇ ਰਿਸ ਰਹੇ ਸਨ।
ਸੋਹਣੇ ਜਿਹੇ ਪੈਰਾਂ ਵਿੱਚ ਫੁਹਾਰਾ ਜਿਹਾ ਰਿਸਦੇ, ਨਵੇਂ ਛਾਲੇ ਬਣੇ ਜਾਣ ਪੁਰਾਣੇ ਜਾਣ ਫਿਸਦੇ। ਉਹ ਕਹਿੰਦੇ ਨਵੇਂ ਬਣੀ ਜਾਂਦੇ ਸਨ, ਪੁਰਾਣੇ ਫਿਸੀ ਜਾਂਦੇ ਸਨ। ਨਵੇਂ ਛਾਲੇ ਬਣੀ ਜਾਣ ਪੁਰਾਣੇ ਜਾਣ ਰਿਸਦੇ, ਸੋਹਣੇ ਜਿਹੇ ਚਰਨਾਂ ਚੋਂ ਰਸ ਜਿਹਾ ਚੋਂਦਾ ਏ, ਇੰਜ ਲੱਗੇ ਇਹਨਾਂ ਪੈਰਾਂ ਰਾਹੀਂ ਅੱਲਾ ਮੀਆਂ ਰੋਂਦਾ ਏ। ਐ ਲੱਗ ਰਿਹਾ ਸੀ ਵੀ ਅੱਜ ਅੱਲਾ ਵੀ ਰੋ ਰਿਹਾ। ਉਹਨਾਂ ਪੈਰਾਂ ਵਿੱਚੋਂ ਜਦੋਂ ਨਿਕਲ ਰਿਹਾ ਸੀ ਨਾ ਉਹ ਰਸ, ਸੂਲਾਂ ਵੱਜੀਆਂ, ਛਾਲੇ ਬਣੇ, ਮਨ ਖੁਦਾ ਅੱਜ ਰੋ ਰਿਹਾ ਹੋਵੇ ਕਲਗੀਧਰ ਪਾਤਸ਼ਾਹ ਜੀ ਦੇ ਪੈਰਾਂ ਰਾਹੀਂ। ਵੇ ਲੋਕੋ, ਇਸ ਸੰਸਾਰ ਦੇ ਅੰਦਰ ਬੜੇ ਰਹਿਬਰ ਹੋਏ ਜੇ, ਪਰ ਇਹੋ ਜਿਹਾ ਰਹਿਬਰ ਨਹੀਂ ਮਿਲਣਾ ਜਿਹੜਾ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ, ਉਹ ਯਾਦ ਵਿੱਚ ਜੁੜਿਆ ਮਾਲਕ ਦੀ, ਮਾਲਕ ਦੀ ਯਾਦ ਵਿੱਚ ਜੁੜਿਆ। ਹੁਣ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਪਏ ਨੇ। ਭਾਈ ਦਇਆ ਸਿੰਘ ਨੇ ਆਖਿਆ ਉਸੇ ਵੇਲੇ ਭਾਈ ਧਰਮ ਸਿੰਘ ਨੂੰ, ਕਹਿਣ ਲੱਗੇ ਧਰਮ ਸਿੰਘ, ਮਾਨ ਸਿੰਘ, ਅੱਜ ਕਲਗੀਧਰ ਪਾਤਸ਼ਾਹ ਬੜੇ ਸਮੇਂ ਬਾਅਦ ਆਰਾਮ ਕਰਨ ਲੱਗੇ ਨੇ। ਭਾਵੇਂ ਹਾਲਾਤ ਠੀਕ ਨਹੀਂ, ਪਰ ਅੱਜ ਬੜੇ ਸਮੇਂ ਬਾਅਦ ਗੂੜੀ ਨੀਂਦ ਸੁੱਤੇ ਨੇ। ਉਠਾਇਓ ਨਾ, ਆਰਾਮ ਕਰ ਲੈਣ ਦਿਓ। ਸੱਚ ਜਾਣਿਓ ਭਾਈ ਮਾਨ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਵੱਲ ਪੈ ਗਿਆ। ਇਸ ਤਰ੍ਹਾਂ ਮੱਥਾ ਟੇਕਿਆ, ਅੱਖਾਂ ਵਿੱਚੋਂ ਪਾਣੀ ਤੁਰ ਪਿਆ। ਜਦੋਂ ਉਹ ਪਾਣੀ ਥੱਲੇ ਚਰਨਾਂ ਤੇ ਪਿਆ ਨਾ, ਤੇ ਕਲਗੀਧਰ ਪਾਤਸ਼ਾਹ ਜੀ ਦੀ ਅੱਖ ਖੁੱਲੀ। ਉਹਨਾਂ ਤਲਵਾਰ ਨੂੰ ਹੱਥ ਪਾਇਆ, ਕੌਣ ਹੈ? ਤੇ ਵੇਖਿਆ ਭਾਈ ਮਾਨ ਸਿੰਘ ਹੈ। ਮਹਾਰਾਜ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਮਾਨ ਸਿੰਘ, ਤੇਰੀ ਅੱਖਾਂ 'ਚੋਂ ਕਦੀ ਪਾਣੀ ਨਹੀਂ ਆਇਆ? ਤੂੰ ਇੰਨਾ ਸੂਰਮਾ, ਇੰਨਾ ਦਲੇਰ ਹੈ, ਅੱਜ ਤੇਰੀਆਂ ਅੱਖਾਂ 'ਚੋਂ ਪਾਣੀ? ਸਤਿਗੁਰੂ, ਇਹ ਹਾਲਾਤ ਕਦੀ ਵੇਖੇ ਨਹੀਂ, ਇਹ ਸਮਾਂ ਕਦੀ ਵੇਖਿਆ ਨਹੀਂ। ਬੜਾ ਸਮਾਂ ਆਇਆ ਜ਼ਿੰਦਗੀ ਦੇ ਵਿੱਚ ਔਖਾ, ਪਰ ਸਤਿਗੁਰੂ ਤੇਰੇ ਪੈਰਾਂ ਵਿੱਚ ਪਏ ਹੋਏ ਛਾਲੇ ਨਹੀਂ ਕਦੀ ਵੇਖੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜ਼ਾਰੋ ਜ਼ਾਰ ਰੋ ਪਿਆ। ਮਹਾਰਾਜ ਨੇ ਸੀਨੇ ਨਾਲ ਲਾਇਆ, ਕਹਿਣ ਲੱਗੇ ਮਾਨ ਸਿੰਘ, ਤੂੰ ਤੇ ਮੇਰਾ ਅਜੀਤ ਹੈ, ਤੂੰ ਮੇਰਾ ਜੁਝਾਰ ਹੈ। ਵੇਖੋ ਹੁਣ ਇਹ ਵੀ ਪਤਾ ਹੈ ਵੀ ਬਾਬਾ ਫਤਿਹ ਸਿੰਘ ਕਿੱਥੇ ਨੇ, ਨਹੀਂ ਪਤਾ। ਮਾਤਾ ਗੁਜਰੀ ਮਾਂ ਕਿੱਥੇ ਹੈ, ਛੋਟੇ ਸਾਹਿਬਜ਼ਾਦੇ ਕਿੱਥੇ ਨੇ, ਵੱਡਿਆਂ ਦਾ ਪਤਾ ਵੀ ਕੁਰਬਾਨ ਹੋ ਗਏ ਨੇ, ਨਹੀਂ ਪਤਾ। ਪਰ ਮਾਨ ਨਾਲ ਕਹਿ ਰਹੇ ਨੇ, ਤੂੰ ਮੇਰਾ ਅਜੀਤ ਹੈ, ਤੂੰ ਮੇਰਾ ਜੁਝਾਰ ਹੈ। ਇੰਨਾ ਪਿਆਰ ਦੁਨੀਆ ਵਿੱਚ ਕੋਈ ਕਰਦਾ ਕਿਸੇ ਨੂੰ? ਇੱਥੇ ਔਲਾਦ ਥੋੜ੍ਹੀ ਜਿਹੀ ਵੱਡੀ ਹੋਵੇ ਤੇ ਅਹਿਸਾਨ ਫਰਾਮੋਸ਼ ਹੋ ਜਾਂਦੀ, ਮਾਪਿਆਂ ਨੂੰ ਜਾ ਕੇ ਆਸ਼ਰਮਾਂ ਵਿੱਚ ਛੱਡੇ ਹੁੰਦੇ ਨੇ। ਅੱਛਾ, ਫਿਰ ਸਾਲ ਵਿੱਚ ਇੱਕ ਫਾਦਰ ਡੇ ਵੀ ਆਉਂਦਾ ਹੈ, ਇੱਕ ਮਦਰ ਡੇ, ਫਿਰ ਉਹ ਨਾਲ ਫੋਟੋਆਂ ਖਿਚਾ ਕੇ ਤੇ ਫਿਰ ਐਂ ਪਾਉਣਗੇ। ਅੱਛਾ, ਜੇ ਬਾਪੂ ਕਿਤੇ ਪਾਣੀ ਮੰਗ ਲਵੇ ਤੇ ਕਹਿਣਗੇ ਤੈਨੂੰ ਜ਼ਿਆਦਾ ਤੇਜ਼ ਲੱਗਦੀ ਹੈ, ਉੱਠ ਕੇ ਫੜ ਲੈ। ਮਾਂ ਕਹਿ ਦੇ ਵੀ ਚੱਲ ਥੋੜ੍ਹੀਆਂ ਲੱਤਾਂ ਘੁੱਟਦੇ, ਵੀ ਸਾਰਾ ਦਿਨ ਕੰਮ ਕੀਤਾ, ਤੇ ਕਹਿਣਗੇ ਲੈ ਤੇਰੀਆਂ ਜ਼ਿਆਦਾ ਲੱਤਾਂ ਦੁਖਦੀਆਂ, ਮੈਂ ਤੇ ਆਪ ਥੱਕਿਆ, ਤੇ ਭਾਵੇਂ 8-8 ਘੰਟੇ ਫੋਨ 'ਤੇ ਲੱਗੇ। ਨਹੀਂ ਗੁਰੂ ਪਿਆਰ ਵਾਲਿਓ, ਜੇ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਇਹੋ ਜਿਹੇ ਪੁੱਤਰ ਤੇ ਇਹੋ ਜਿਹੇ ਬਾਪ ਕਲਗੀਧਰ ਪਾਤਸ਼ਾਹ ਜੀ ਵਰਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ, ਤੁਸੀਂ ਮੇਰੇ ਬੱਚੇ ਹੋ, ਅਜੀਤ ਤੇ ਜੁਝਾਰ ਵਰਗੇ। ਇੱਕ ਨਾਲ ਬਚਨ ਆਖਿਆ, ਮਾਨ ਸਿੰਘ ਮੈਨੂੰ ਪਿਆਸ ਬੜੀ ਲੱਗੀ ਹੈ। ਹੁਣ ਗੁਰੂ ਪਾਤਸ਼ਾਹ ਤੁਰ ਨਹੀਂ ਸਨ ਸਕਦੇ, ਪੈਰਾਂ ਵਿੱਚ ਛਾਲੇ ਪਏ ਸਨ, ਮੁਸ਼ਕਿਲ ਸੀ ਤੁਰਨਾ। ਹੁਣ ਭਾਈ ਮਾਨ ਸਿੰਘ ਨੇ ਨਾ ਕਲਗੀਧਰ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਐਨ ਮੋਢੇ 'ਤੇ ਚੁੱਕ ਲਿਆ, ਤੇ ਚੁੱਕ ਕੇ ਉੱਥੇ ਖੂਹ ਸੀ, ਖੂਹ ਦੇ ਲਾਗੇ ਲੈ ਗਏ। ਖੂਹ ਵਿੱਚੋਂ ਪਾਣੀ ਕੱਢਿਆ, ਪਾਣੀ ਪਿਆਇਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਧਰਮ ਸਿੰਘ, ਭਾਈ ਦਇਆ ਸਿੰਘ ਕਹਿਣ ਲੱਗੇ ਚੌਂਕੜਾ ਮਾਰੋ, ਅੱਜ ਤੁਹਾਡੇ ਕੋਲੋਂ ਪੂਰਾ ਨਿਤਨੇਮ ਸੁਣਨਾ ਹੈ। ਵੇਖੋ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਅੱਜ ਤੁਹਾਡੇ ਪਾਸੋਂ ਪੂਰਾ ਨਿਤਨੇਮ ਸੁਣਨਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਚੌਂਕੜਾ ਮਾਰਿਆ, ਪਰ ਨਿਤਨੇਮ ਨਹੀਂ ਛੱਡਿਆ, ਹਾਲਾਤ ਕੁਝ ਵੀ ਹੋਣ। ਇੱਕ ਦਿਨ ਪਹਿਲਾਂ ਵੀ ਅਰਜ਼ ਕੀਤੀ ਸੀ, ਸਰਸਾ ਨਦੀ ਦੇ ਕਿਨਾਰੇ ਜੰਗ ਹੋ ਰਿਹਾ, ਪਰ ਮਹਾਰਾਜ ਕਹਿਣ ਲੱਗੇ ਆਸਾ ਕੀ ਵਾਰ ਦਾ ਸਮਾਂ ਹੋ ਗਿਆ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਦੇ ਨੇ ਵੀ ਨਿਤਨੇਮ ਸੁਣਨਾ, ਸਾਰਾ ਨਿਤਨੇਮ ਸੁਣਿਆ। ਬਾਣੀ ਪੇ ਸਿੰਘ ਪੜ੍ਹਦੇ ਨੇ, ਪਾਤਸ਼ਾਹ ਸੁਣ ਰਹੇ ਨੇ, ਤੇ ਜਿਸ ਥਾਂ 'ਤੇ ਰੁਕੇ ਨੇ ਉੱਥੇ ਬਾਗ ਹੈ, ਤੇ ਬਾਗ ਦੇ ਜਿਹੜੇ ਮਾਲਕ ਨੇ ਦੋ ਭਰਾ ਨੇ, ਭਾਈ ਗੁਲਾਬਾ ਤੇ ਭਾਈ ਪੰਜਾਬਾ। ਇਹ ਗੁਰੂ ਪਾਤਸ਼ਾਹ ਜੀ ਦੇ ਦਰ 'ਤੇ ਮਸੰਦ ਸਨ। ਮਸੰਦ ਉਹ ਸਨ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਥਾਪੇ ਸਨ।
ਹਾਲਾਂਕਿ ਇਸ ਤੋਂ ਪਹਿਲਾਂ ਮੰਜੀਆਂ ਥਾਪੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 22 ਮੰਜੀਆਂ ਦਾ ਭਾਵ ਸੀ 22 ਪ੍ਰਚਾਰਕ, ਕਿਉਂਕਿ ਗੁਰੂ ਪਾਤਸ਼ਾਹ ਬਿਰਧ ਹੋ ਗਏ ਸਨ। ਇਹ 22 ਪ੍ਰਚਾਰਕ ਵੱਖ-ਵੱਖ ਥਾਵਾਂ 'ਤੇ ਜਾ ਕੇ ਪ੍ਰਚਾਰ ਕਰਦੇ ਸਨ। ਮਸੰਦ ਗੁਰੂ ਰਾਮਦਾਸ ਜੀ ਨੇ ਥਾਪੇ ਸਨ, ਇਹ ਵੱਖ-ਵੱਖ ਥਾਂ 'ਤੇ ਪ੍ਰਚਾਰ ਵੀ ਕਰਦੇ ਸਨ ਅਤੇ ਗੁਰੂ ਕੀ ਗੋਲਕ ਦੀ ਮਾਇਆ ਵੀ ਲੈ ਕੇ ਆਉਂਦੇ ਸਨ। ਬਾਅਦ ਵਿੱਚ ਕਰਪਟ ਹੋ ਗਏ ਸਨ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਮਸੰਦ ਪ੍ਰਥਾ ਬੰਦ ਕਰ ਦਿੱਤੀ ਸੀ। ਭਾਈ ਗੁਲਾਬਾ ਅਤੇ ਭਾਈ ਪੰਜਾਬਾ ਗੁਰੂ ਘਰ ਦੇ ਮਸੰਦ ਸਨ। ਇਹਨਾਂ ਦਾ ਉਹ ਬਾਗ ਸੀ ਮਾਛੀਵਾੜੇ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਸਨ। ਫਿਰ ਹੁਣ ਉਹ ਉਹਨਾਂ ਦਾ ਨੌਕਰ ਸੀ, ਉਹਨੇ ਵੇਖਿਆ ਵੀ ਇਹ 4 ਵੀ ਬਾਣੀ ਪੜ੍ਹਦੇ ਨੇ। ਉਹ ਦੌੜਿਆ ਹੋਇਆ ਗਿਆ, ਜਾ ਕੇ ਗੁਲਾਬੇ ਨੂੰ ਦੱਸਿਆ, ਕਹਿਣ ਲੱਗਾ ਤੁਹਾਡੇ ਬਾਗ ਵਿੱਚ ਕੋਈ 4 ਫਕੀਰ ਆਏ ਨੇ, ਵੀ ਬੈਠੇ ਹੋਏ ਨਾਮ ਜਪਣ ਦੇ ਨੇ, ਪਰ ਹਾਲਤ ਇੱਕ ਦੀ ਤੇ ਹਾਲਤ ਐਸੀ ਹੈ ਵੀ ਸਰੀਰ ਤੇ ਚੋਲਾ ਪਾਇਆ ਲੀਰੋ ਲੀਰ ਹੋਇਆ ਪਿਆ। ਕਹਿੰਦਾ ਇੱਕ ਦੀ ਹਾਲਤ ਐਸੀ ਹੈ ਵੀ ਲੀਰੋ ਲੀਰ ਹੋਇਆ ਪਿਆ, ਪੈਰ ਦੇ ਵਿੱਚ ਛਾਲੇ ਪਏ ਹੋਏ ਨੇ, ਹਾਲਤ ਕੋਈ ਚੰਗੀ ਨਹੀਂ। ਉਹ ਦੋਵੇਂ ਭਰਾ ਆਏ ਵੇਖਣ ਵਾਸਤੇ, ਨਾ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਮੱਥਾ ਟੇਕਿਆ, ਸਤਿਗੁਰੂ ਘਰੇ ਚੱਲੋ। ਮਹਾਰਾਜ ਨੇ ਆਖਿਆ ਵੀ ਸਮਾਂ ਠੀਕ ਨਹੀਂ, ਤੁਹਾਡੇ ਘਰ ਜਾਵਾਂਗੇ, ਤੁਹਾਨੂੰ ਖਤਰਾ ਹੋ ਸਕਦਾ ਹੈ। ਕਹਿਣ ਲੱਗੇ ਸਤਿਗੁਰੂ ਆ ਸਾਰੇ ਜਿੰਨੇ ਵੀ ਘਰ ਚੁਬਾਰੇ ਸਾਰੇ ਤੁਹਾਡੇ ਦਿੱਤੇ ਹੋਏ ਨੇ, ਕਿਰਪਾ ਕਰੋ ਘਰੇ ਚਰਨ ਪਾਓ, ਚੱਲੋ, ਜਿੰਨੀ ਸੇਵਾ ਹੋ ਸਕੇ ਅਸੀਂ ਕਰਾਂਗੇ। ਉਹ ਮਹਾਰਾਜ ਨੂੰ ਆਪਣੇ ਘਰੇ ਲੈ ਗਏ। ਉੱਥੇ ਅੱਜ ਕੱਲ੍ਹ ਗੁਰਦੁਆਰਾ ਬਣਿਆ ਚੁਬਾਰਾ ਸਾਹਿਬ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਗਏ ਨੇ, ਬਾਗ ਵਿੱਚ ਜਿੱਥੇ ਰੁਕੇ ਆ, ਉੱਥੇ ਗੁਰਦੁਆਰਾ ਚਰਨ ਕਮਲ ਸਾਹਿਬ। ਜਿੱਥੇ ਗੁਲਾਬੇ ਦੇ ਚੁਬਾਰੇ ਵਿੱਚ ਰੁਕੇ ਗੁਰਦੁਆਰਾ ਚੁਬਾਰਾ ਸਾਹਿਬ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਕੱਟੀ ਹੈ। ਜਦੋਂ ਰਾਤ ਕੱਟੀ, ਰਾਤ ਸੀ, ਅਤੇ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਢੋਲ ਦੇ ਨਾਲ ਵਜਾਉਂਦੇ ਹੋਏ ਅਤੇ ਉਹ ਆਉਂਦੇ ਸਨ ਨਾ, ਕਹਿੰਦੇ ਵੀ ਉੱਚੀ ਹੋਕਾ ਦਿੰਦੇ ਸਨ। ਉਹ ਕਹਿੰਦੇ ਹੁੰਦੇ ਸਨ ਬਈ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਰੱਖਿਆ ਹੋਵੇ ਅਤੇ ਉਹ ਫਿਰ ਸਰਕਾਰ ਉਹਦੇ ਖਿਲਾਫ ਜਿਹੜੀ ਹੈ ਐਕਸ਼ਨ ਲਵੇਗੀ, ਭਾਵ ਉਹਨੂੰ ਸਜ਼ਾ ਦਿੱਤੀ ਜਾਵੇਗੀ ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਪਨਾਹ ਦਿੱਤੀ। ਉਹ ਢੰਡੋਰਚੀ ਇਸ ਤਰ੍ਹਾਂ ਉੱਚੀ ਉੱਚੀ ਕਹਿੰਦਾ ਆ ਰਿਹਾ ਸੀ। ਗੁਲਾਬੇ ਅਤੇ ਪੰਜਾਬੇ ਨੇ ਸੁਣ ਲਿਆ, ਉਹ ਹੁਣ ਘਬਰਾ ਗਏ। ਉਹਨਾਂ ਆਖਿਆ ਵੀ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਗੁਰੂ ਪਾਤਸ਼ਾਹ ਜੀ ਨੂੰ ਵੀ ਤੁਸੀਂ ਚਲੇ ਜਾਓ। ਉਹਨਾਂ ਆਖਿਆ ਫਿਰ ਕੀ ਕਰੀਏ। ਉਹਨਾਂ ਫਿਰ ਸਵੇਰ ਹੋਈ, ਇੱਕ ਥਾਲ ਵਿੱਚ ਕੁਝ ਮੋਹਰਾਂ ਰੱਖ ਕੇ ਨਾ ਅਤੇ ਐਂ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਲੈ ਕੇ ਆਏ। ਮਹਾਰਾਜ ਸਮਝ ਗਏ ਵੀ ਅੱਗੇ ਭੇਟਾ ਲੈ ਕੇ ਆਏ ਨੇ, ਸਮਝ ਗਏ ਮਹਾਰਾਜ। ਗੁਰੂ ਪਾਤਸ਼ਾਹ ਕਹਿਣ ਲੱਗੇ ਮੈਂ ਤਾਂ ਪਹਿਲਾਂ ਹੀ ਕਹਿਣਾ ਸਾਂ। ਸਾਹਿਬ ਕਹਿਣ ਲੱਗੇ ਮੈਨੂੰ ਤਾਂ ਆਦਤ ਹੋ ਗਈ ਏ, ਅਨੰਦਪੁਰ ਵਿੱਚ ਮੈਨੂੰ ਆਖਿਆ ਸਿੱਖਾਂ ਨੇ, ਫਿਰ ਮੈਨੂੰ ਆਖਿਆ ਮੁਗਲਾਂ ਨੇ, ਰਾਜਿਆਂ ਨੇ ਵੀ ਅਨੰਦਪੁਰ ਛੱਡ ਦਿਓ, ਮੈਂ ਛੱਡ ਦਿੱਤਾ। ਫਿਰ ਮੈਨੂੰ ਗੜੀ ਵਿੱਚ ਆਖਿਆ ਚਮਕੌਰ ਦੀ ਪੰਜਾਂ ਨੇ, ਮੈਂ ਉੱਥੇ ਗੜੀ ਨੂੰ ਛੱਡ ਦਿੱਤਾ। ਤੁਸੀਂ ਕਹਿੰਦੇ ਹੋ ਮੈਂ ਹੁਣ ਇਹ ਵੀ ਛੱਡ ਕੇ ਚਲਾ ਜਾਵਾਂਗਾ। ਸੱਚ ਜਾਣਿਓ, ਕਈ ਵਾਰੀ ਦੁਨਿਆਵੀ ਦੌਲਤ ਬੰਦੇ ਨੂੰ ਇਸ ਤਰ੍ਹਾਂ ਮਜਬੂਰ ਕਰ ਦਿੰਦੀ ਏ ਕਿ ਬੰਦਾ ਆਪਣਾ ਦੀਨ ਗਵਾ ਲੈਂਦਾ, ਆਪਣਾ ਧਰਮ ਗਵਾ ਲੈਂਦਾ। ਕਾਹਦੇ ਵਾਸਤੇ? ਦੌਲਤ ਵਾਸਤੇ। ਕਈ ਵਾਰੀ ਤਾਂ ਬੰਦਾ ਮਾਇਆ ਵਾਸਤੇ ਗੁਰੂ ਨੂੰ ਵੀ ਜੀਵਨ ਵਿੱਚੋਂ ਕੱਢ ਦਿੰਦਾ। ਇਹੋ ਜਿਹੇ ਮਨੁੱਖ ਵੀ ਵੇਖੇ ਨੇ। ਦੁਨੀ ਚੰਦ ਦਾ ਇਤਿਹਾਸ ਪੜ੍ਹ ਕੇ ਵੇਖਿਓ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬੇਮੁਖੀ ਹੋ ਗਿਆ ਸੀ। ਸਰੀਰ ਬੜਾ ਤਗੜਾ ਸੀ। ਮਹਾਰਾਜ ਨੇ ਆਖਿਆ ਸਾਡੇ ਕੋਲ ਹਾਥੀ ਹੈ ਦੁਨੀ ਚੰਦ ਵਰਗਾ, ਅਤੇ ਦੁਨੀ ਚੰਦ ਡਰ ਗਿਆ। ਕਹਿਣ ਲੱਗੇ ਹਾਥੀਆਂ ਨਾਲ ਮੁਕਾਬਲਾ ਕੌਣ ਕਰੇ। ਉਹ ਕਿਲਾ ਟੱਪਿਆ ਅਤੇ ਲੱਤ ਟੁੱਟ ਗਈ ਅਤੇ ਉਹਦਾ ਅੰਤ ਹੀ ਹੋ ਗਿਆ ਸੀ ਬਾਅਦ ਵਿੱਚ। ਤਾਂ ਉਹਨੇ ਕੇਵਲ ਦੀਨ ਦੀ ਵਿਚਾਰ ਨਹੀਂ ਕੀਤੀ, ਬਸ ਦੁਨੀ ਵਾਸਤੇ ਆਪਣਾ ਜੀਵਨ ਗਵਾ ਲਿਆ। ਹੁਣ ਮਹਾਰਾਜ ਕਹਿਣ ਲੱਗੇ ਵੀ ਮੈਨੂੰ ਤਾਂ ਆਦਤ ਹੀ ਹੋ ਗਈ ਹੈ, ਮੈਂ ਇਹ ਵੀ ਛੱਡ ਕੇ ਚਲਾ ਜਾਵਾਂਗਾ। ਪਰ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਇੱਥੇ ਇਸ ਨਗਰ ਵਿੱਚ ਕਹਿ ਲਗੇ 2 ਸਿੱਖ ਰਹਿੰਦੇ ਨੇ, ਗਨੀ ਖਾਂ ਅਤੇ ਨਬੀ ਖਾਂ। ਅਤੇ ਮੈਂ ਪਹਿਲਾਂ ਇਤਿਹਾਸ ਵਿੱਚ ਜ਼ਿਕਰ ਕੀਤਾ ਸੀ, ਗਨੀ ਖਾਂ ਅਤੇ ਨਬੀ ਖਾਂ ਕੌਣ ਨੇ? ਕੋਟਲੇ ਨਿਹੰਗ ਖਾਂ ਦੀ ਭੂਆ ਦੇ ਦੋਵੇਂ ਪੁੱਤਰ ਨੇ। ਇਹ ਸਿੱਖ ਸਨ। ਹੁਣ ਇਹਨਾਂ ਦੋਹਾਂ ਨੂੰ ਜਾ ਕੇ ਆਖਿਆ ਕਿਹਨੇ? ਗੁਲਾਬੇ ਨੇ। ਗੁਲਾਬਾ ਗਿਆ। ਉਹ ਦੋਵੇਂ ਨਾ ਭਰਾ ਵਿਚਾਰ ਕਰਦੇ ਸਨ, ਵੇਖੋ ਗੁਰੂ ਨੂੰ ਯਾਦ ਕਰੋ ਅਤੇ ਗੁਰੂ ਹਾਜ਼ਰ ਹੁੰਦਾ। ਉਹਨਾਂ ਦੋਵੇਂ ਇਸ ਤਰ੍ਹਾਂ ਬੈਠੇ ਯਾਦ ਪੇ ਕਰਦੇ ਨੇ ਵੀ ਕਿਤੇ ਕਲਗੀਧਰ ਪਾਤਸ਼ਾਹ ਜੀ ਦਾ ਪਤਾ ਲੱਗ ਜੇ ਨਾ ਕਿੱਥੇ ਨੇ, ਅਤੇ ਆਪਾਂ ਸੇਵਾ ਕਰੀਏ। ਵੇਖੋ ਅਜੇ ਭਾਵਨਾ ਹੈ ਅੰਦਰ
ਵੀ ਕਿਤੇ ਕਲਗੀਧਰ ਪਾਤਸ਼ਾਹ ਦਾ ਪਤਾ ਲੱਗੇ, ਕਿਉਂਕਿ ਉਹਨੂੰ ਪਤਾ ਲੱਗਿਆ ਆਨੰਦਪੁਰ ਤੋਂ ਚਲੇ ਗਏ ਨੇ, ਚਮਕੌਰ ਦੀ ਗੜੀ ਵਿੱਚੋਂ ਵੀ ਚਲੇ ਗਏ ਨੇ, ਪਤਾ ਲੱਗੇ ਵੀ ਕਲਗੀਧਰ ਪਾਤਸ਼ਾਹ ਕਿੱਥੇ ਨੇ, ਅਸੀਂ ਸੇਵਾ ਕਰੀਏ। ਅਜੇ ਗੱਲ ਕਰਦੇ ਹੀ ਨੇ ਗੁਲਾਬੇ ਨੇ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੋਲ੍ਹਿਆ, ਕਹਿਣ ਲੱਗੇ ਕੁਝ ਪਤਾ ਲੱਗਿਆ ਕਲਗੀਧਰ ਦਾ? ਉਹਨੇ ਆਖਿਆ ਚੁੱਪ ਕਰ ਜਾਓ, ਕਲਗੀਧਰ ਮੇਰੇ ਘਰ ਨੇ। ਦੋਵੇਂ ਭਰਾ ਦੇਰੀ ਨਹੀਂ ਕੀਤੀ, ਉਸੇ ਵੇਲੇ ਦੌੜ ਕੇ ਗੁਲਾਬੇ ਦੇ ਘਰ ਗਏ, ਮੱਥਾ ਟੇਕਿਆ, ਸਤਿਗੁਰੂ ਸਾਡੇ ਘਰ ਚਰਨ ਪਾਓ, ਅਸੀਂ ਤੁਹਾਡੀ ਸੇਵਾ ਕਰਨੀ ਚਾਹੁੰਦੇ ਹਾਂ। ਕਲਗੀਧਰ ਪਾਤਸ਼ਾਹ ਫਿਰ ਉਹਨਾਂ ਦੋਹਾਂ ਭਰਾਵਾਂ ਦੇ ਘਰ ਗਏ। ਉਹ ਫਿਰ ਉੱਚ ਦਾ ਪੀਰ ਬਣਾ ਕੇ ਕਿਵੇਂ ਲੈ ਕੇ ਜਾਂਦੇ ਨੇ ਸਤਿਗੁਰੂ, ਕਿਉਂ ਬਣਾਇਆ ਉੱਚ ਦਾ ਪੀਰ, ਫਿਰ ਅੱਗੇ ਦਾ ਇਤਿਹਾਸ ਜਿਹੜਾ ਹੈ ਆਪਾਂ ਅਗਲੇ ਦੀਵਾਨਾਂ ਵਿੱਚ ਸਾਂਝਾ ਕਰਾਂਗੇ। ਫਿਰ ਅੱਗੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਨ ਵੀ ਜਿਹੜੇ ਹਨ ਆਪਾਂ ਮਨਾਉਣੇ ਨੇ, ਸੋ ਆਪਾਂ ਥੋੜ੍ਹਾ ਥੋੜ੍ਹਾ ਇਤਿਹਾਸ ਦੀ ਸਾਂਝ ਜ਼ਰੂਰ ਪਾਉਣੀ ਹੈ। ਸਤਿਗੁਰ ਅੱਗੇ ਇੱਕ ਅਰਦਾਸ ਕਰੀਏ, ਗੁਰੂ ਪਿਆਰ ਵਾਲਿਓ ਸਾਨੂੰ ਇੰਨਾ ਹੌਸਲਾ ਦੇ ਕਿ ਆਪਾਂ ਹਰ ਦੁੱਖ, ਹਰ ਘੜੀ, ਹਰ ਸਮੇਂ ਤੇਰੇ ਚਰਨਾਂ ਨਾਲ ਜੁੜੇ ਰਹੀਏ, ਤੇਰੀ ਬਾਣੀ ਨਾਲ, ਸਤਸੰਗ ਨਾਲ, ਸੇਵਾ ਸਿਮਰਨ ਨਾਲ ਜੁੜੇ ਰਹੀਏ। ਇਹਦੇ ਤੋਂ ਜੁਦਾ ਹੋ ਕੇ ਜ਼ਿੰਦਗੀ ਜਿਹੜੀ ਹੈ ਉਹ ਬਿਲਕੁਲ ਵੀ ਚੰਗੀ ਨਹੀਂ ਹੋਵੇਗੀ। ਸਤਿਗੁਰ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹ